मिलावै, हर हर नाम सुनावै। अस्थिर करे निहचल एह मनुआ, बहुर नकत हूँ धावै। है को ऐसो हमरा मीत, सगल समगरी जियो हियो देओ। देओ अरपो अपनो चीत। रहाओ। पर तन पर की निंदा, इनस्यों प्रीत न लागै। संतह संग संत संपखम, हर कीर्तन मन जागै। गुण निधान दयाल पुरख प्रभ, सर्व सुख दयाला। मांगै दान नाम तेरु नानक, ज्यों माता बाल गोपाला। मांगै दान नाम तेरु नानक, ज्यों माता बाल गोपाला। वाहिगुरु जी का खालसा, वाहिगुरु जी की फतेह। धन धन साहिब महाराज श्री गुरु ग्रंथ साहिब जीओ। ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਰ ਅਪਾਰ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ, ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਨੇ ਅਤੇ ਚੱਲ ਰਹੀ ਲੜੀਵਾਰ ਕਥਾ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਜੁੜ ਕੇ ਬੈਠੇ ਹਾਂ। ਇਹ ਪਾਵਨ ਸ਼ਬਦ ਧਨਾਸਰੀ ਰਾਗ ਦੇ ਵਿੱਚ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਗੁਰੂ ਦੀ ਮਹਿਮਾ ਸਾਹਿਬ ਜੀ ਦਰਸਾ ਰਹੇ ਨੇ। ਬੰਧਨ ਤੇ ਛੁਟਕਾਵੈ, ਪ੍ਰਭੂ ਮਿਲਾਵੈ, ਹਰ ਹਰ ਨਾਮ ਸੁਣਾਵੈ। ਇਸ ਸੰਸਾਰ ਦੇ ਵਿੱਚ ਜਦੋਂ ਜੀਵ ਜਨਮ ਲੈਂਦਾ ਹੈ ਸੋ ਇਹ ਬੰਧਨਾਂ ਦੇ ਵਿੱਚ ਪੈ ਜਾਂਦਾ ਹੈ। ਜੰਮਦਾ ਹੀ ਬੰਧਨਾਂ ਵਿੱਚ ਪੈ ਗਿਆ। ਸੋ ਬੱਚਾ ਦੇਖ ਲਓ ਤੁਸੀਂ, ਬੱਚਾ ਬੰਧਨਾਂ ਦੇ ਵਿੱਚ ਹੈ। ਜੇ ਉਹ ਬੰਧਨਾਂ 'ਚ ਨਹੀਂ ਪੈਂਦਾ, ਨਾ ਉਹ ਪੜ੍ਹਾਈ ਕਰ ਸਕਦਾ, ਉਹਦਾ ਜੀਵਨ ਨਹੀਂ ਬਣ ਸਕਦਾ। ਬੰਧਨਾਂ 'ਚ ਪੈਣਾ ਵੀ ਮਜਬੂਰੀ ਹੈ। ਜਵਾਨ ਹੋਇਆ, ਪਰਿਵਾਰ ਬਣਿਆ, ਪਰਿਵਾਰ ਦੇ ਬੰਧਨਾਂ 'ਚ ਪੈ ਗਿਆ। ਜਦੋਂ ਵਡੇਪਾ ਆਉਂਦਾ ਸੋ ਉਸ ਵਕਤ ਬੰਧਨਾਂ 'ਚ ਪੈ ਜਾਂਦਾ ਕਿ ਜਿਹੜਾ ਮੇਰਾ ਪਰਿਵਾਰ ਹੈ ਵੀ ਇਹਨੂੰ ਕਿਸੇ ਕਿਸਮ ਦੀ ਕੋਈ ਆਂਚ ਨਾ ਆਵੇ, ਸਹੀ ਤਰੀਕੇ ਦੇ ਨਾਲ ਕੰਮ ਕਰਦੇ ਰਹਿਣ। ਬੰਧਨ ਨੇ ਸਾਰੇ, ਕਿੱਡੀ ਕਿੱਡੀ ਦੂਰ ਤਾਈਂ। ਸੋ ਜੇ ਪੁੱਤਰ ਨੇ ਉਹਨਾਂ ਦੇ ਪਰਿਵਾਰਾਂ ਦੇ ਬੰਧਨ, ਜੋ ਬੱਚੀਆਂ ਨੇ ਉਹਨਾਂ ਦੇ ਪਰਿਵਾਰਾਂ ਦੇ ਬੰਧਨ। ਸੋ ਇੰਝ ਦੇ ਪਰਿਵਾਰਾਂ ਦੇ ਬੰਧਨ ਜਿਹੜੇ ਗਾਹਾਂ ਅਤੇ ਗਾਹਾਂ ਚੱਲਦੇ ਹੀ ਰਹਿੰਦੇ ਆ। ਜਿੰਨਾ ਚਿਰ ਇਹ ਬੰਧਨਾਂ ਤੋਂ ਅੰਦਰੋਂ ਨਹੀਂ ਛੁੱਟਦਾ, ਅੰਦਰੋਂ ਛੁੱਟਣਾ ਉਹਨਾਂ ਚਿਰ ਪਰਮਾਤਮਾ ਪਰਮੇਸ਼ਰ ਦੇ ਨਾਲ ਇਹਦਾ ਬੰਧਨ ਨਹੀਂ ਹੋਣਾ। ਸੋ ਇਹਦੀ ਗੱਠ ਨਹੀਂ ਬਣਨੀ, ਇਹਦਾ ਮੇਲ ਨਹੀਂ ਹੋਣਾ, ਇਹਦਾ ਜੋੜ ਨਹੀਂ ਹੋਵੇਗਾ। ਗੁਰੂ ਇਹ ਕੰਮ ਕਰਦਾ ਹੈ। ਗੁਰੂ ਕਰਦਾ ਵੀ ਸਾਨੂੰ ਬੰਧਨਾਂ ਤੋਂ ਛਡਾਉਂਦਾ ਆ। ਗੁਰੂ ਬੰਧਨਾਂ ਤੋਂ ਕਿਵੇਂ ਛਡਾਉਂਦਾ ਉਹ ਦੱਸਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ। ਕਹਿੰਦੇ ਹਰ ਹਰ ਨਾਮ ਸੁਣਾਵੇ, ਉਹ ਸਾਨੂੰ ਆਪਣਾ ਨਾਮ ਸੁਣਾਉਂਦਾ। ਸੁਭਾਵ ਜਿਹੜਾ ਬ੍ਰਹਮ ਗਿਆਨ ਹੈ, ਨਾਮ ਕੀ ਹੈ ਹੁਕਮ, ਨਾਮ ਕੀ ਹੈ ਬ੍ਰਹਮ ਗਿਆਨ। ਸੋ ਸਾਰਾ ਕੁਝ ਨਾਮ ਹੀ ਹੈ। ਆ ਜਿੰਨੀ ਬਾਣੀ ਹੈ ਸਾਰਾ ਨਾਮ ਹੈ, ਬ੍ਰਹਮ ਦਾ ਗਿਆਨ ਹੈ ਇਹਦੇ ਵਿੱਚ। ਸਾਨੂੰ ਸੁਣਾਉਂਦਾ ਹੈ ਸਤਿਗੁਰੂ ਜੀ।
ਜਦੋਂ ਗੁਰੂ ਸਾਨੂੰ ਸਮਝਾਉਂਦਾ ਬਾਣੀ ਅੰਤਰ ਆਤਮੇ ਸਾਨੂੰ ਨਾਮ ਹੀ ਸੁਣਾਉਂਦਾ ਹੈ। ਜਿੰਨਾ ਚਿਕਰ ਸਾਡੇ ਸਵਾਲਾਂ ਦੇ ਜਵਾਬ ਸਾਨੂੰ ਨਹੀਂ ਮਿਲਦੇ ਉਹਨਾਂ ਚਿਕਰ ਬੰਧਨ ਨਹੀਂ ਖੁੱਲ੍ਹਦੇ ਨੇ। ਗੁਰਬਾਣੀ ਸਾਡੇ ਹਰ ਇੱਕ ਸਵਾਲ ਦਾ ਜਵਾਬ ਸਾਨੂੰ ਬਖਸ਼ਿਸ਼ ਕਰਦੀ ਹੈ, ਬੰਧਨ ਖੁੱਲ੍ਹ ਜਾਂਦੇ ਨੇ। ਸੰਸਾਰ ਦੇ ਬੰਧਨ ਜਿਹੜੇ ਨੇ ਇਹਨਾਂ ਤੋਂ ਮੁਕਤ ਹੋਣਾ ਬੜਾ ਜ਼ਰੂਰੀ ਹੈ। ਜਿਹੜੇ ਗੁਰਮੁਖ ਪਿਆਰੇ ਜਦੋਂ ਮਹਾਰਾਜ ਸੋਝੀ ਦਿੰਦੇ ਉਹ ਕਿਸੇ ਵੀ ਸਿਸਟਮ ਨੂੰ, ਕਿਸੇ ਵੀ ਗੱਲ ਨੂੰ ਬੰਧਨ ਨਹੀਂ ਬਣ ਦਿੰਦੇ, ਕਿਸੇ ਕੰਮ ਨੂੰ ਬੰਧਨ ਨਹੀਂ ਬਣ ਦਿੰਦੇ, ਆਪਣੇ ਸੁਭਾਅ ਨੂੰ ਬੰਧਨ ਨਹੀਂ ਬਣ ਦਿੰਦੇ। ਬੰਦਾ ਆਪਣੇ ਸੁਭਾਅ ਦੇ ਬੰਧਨ ਵਿੱਚ ਬੱਝਿਆ ਹੋਇਆ ਹੁੰਦਾ, ਸਾਰੀ ਜ਼ਿੰਦਗੀ ਉਹਦੀ ਨਿਕਲ ਜਾਂਦੀ, ਆਪਣੇ ਸੁਭਾਅ ਦੇ ਬੰਧਨ ਵਿੱਚ ਬੱਝਿਆ ਰਹਿ ਜਾਂਦਾ। ਕਈਆਂ ਨੂੰ ਕੋਈ ਖਾਣ ਪੀਣ ਦੀ ਆਦਤ ਪੈ ਗਈ ਹੈ ਅਤੇ ਉਸ ਦੇ ਬੰਧਨ ਵਿੱਚ ਸਾਰੀ ਜ਼ਿੰਦਗੀ ਉਸ ਦੀ ਨਿਕਲ ਜਾਂਦੀ ਹੈ। ਸੋ ਬੰਧਨ ਪਹਿਚਾਨਣਾ ਇਹ ਸਾਡਾ ਆਪਣਾ ਕੰਮ ਹੈ ਵੀ ਬੰਧਨ ਪਹਿਚਾਨਣਾ ਪਵੇਗਾ ਵੀ ਮੈਨੂੰ ਬੰਧਨ ਕਿਹੜਾ ਪਿਆ ਹੋਇਆ ਹੈ। ਜਿੰਨਾ ਚਿਕਰ ਮੇਰਾ ਇਹ ਬੰਧਨ ਖੁੱਲ੍ਹਦਾ ਨਹੀਂ, ਟੁੱਟਦਾ ਨਹੀਂ, ਢਿੱਲਾ ਪੈ ਜਾਣਾ, ਖੁੱਲ੍ਹ ਜਾਣਾ, ਕੱਟਿਆ ਜਾਣਾ, ਜੋ ਗੰਢ ਹੁੰਦੀ ਜਿੱਦਾਂ ਹੁਣ ਜੇ ਗੰਢ ਜ਼ਿਆਦਾ ਪੀਚ ਕੇ ਆ ਜਾਵੇ ਨਹੀਂ ਖੁੱਲ੍ਹਦੀ ਹੈ ਅਤੇ ਉਹਨੂੰ ਜਦੋਂ ਕੱਟਦੇ ਆ ਫਿਰ ਉਹਦੇ ਕੋਈ ਛੁਟਕਾਰਾ ਹੁੰਦਾ। ਗੰਢ ਖੁੱਲ੍ਹਦੀ ਵੀ ਹੈ, ਕੱਟਦੀ ਵੀ ਹੈ, ਕੱਟ ਵੀ ਅਤੇ ਟੁੱਟ ਵੀ ਜਾਂਦੀ ਹੈ। ਸੋ ਇਹ ਗੁਰੂ ਜਾਣਦਾ ਵੀ ਸਾਡਾ ਬੰਧਨ ਉਸਨੇ ਖੋਲ੍ਹਣਾ, ਉਹਨੇ ਕੱਟਣਾ, ਉਹਨੇ ਤੋੜਨਾ, ਇਹ ਗੁਰੂ ਨੂੰ ਪਤਾ ਹੁੰਦਾ ਹੈ ਅਤੇ ਮਹਿਸੂਸ ਵੀ ਕਰਦਾ ਬੰਦਾ ਜਦੋਂ ਦੇਖਦਾ ਨਾ ਬੰਧਨ ਖੁੱਲ੍ਹ ਗਿਆ ਅਤੇ ਉਸ ਵੇਲਾ ਇਹਦਾ ਸੁਭਾਅ ਕੁਝ ਹੋਰ ਹੁੰਦਾ ਹੈ। ਟੁੱਟ ਗਿਆ ਉਦੋਂ ਸੁਭਾਅ ਕੁਝ ਹੋਰ ਹੁੰਦਾ। ਕੱਟਿਆ ਹੀ ਗਿਆ ਕਹਿੰਦੇ ਰਹਿੰਦੇ, ਕਹਿੰਦੇ ਬਿਲਕੁਲ ਹੀ ਮੈਂ ਤੇਰੇ ਨਾਲੋਂ ਕੱਟਿਆ ਗਿਆ ਨਾ, ਕੱਟੇ ਹੀ ਹੋ ਗਿਆ ਕਹਿਣਾ, ਕਹਿੰਦਾ ਕੱਟੇ ਹੋ ਗਿਆ, ਬਿਲਕੁਲ ਹੀ ਪਾਸੇ ਹੋ ਗਿਆ। ਇਹ ਸਾਰਾ ਸਿਸਟਮ ਇਹਨੂੰ ਆਪਣੇ ਆਪ ਅੰਤਰ ਆਤਮੇ ਪਤਾ ਲੱਗਦਾ। ਇਹ ਇੱਧਰ ਧਿਆਨ ਦਿੰਦਾ ਨਹੀਂ ਹੈ, ਇਹ ਧਿਆਨ ਦਿੰਦਾ ਨਹੀਂ ਵੀ ਇਹ ਮਹਾਰਾਜ ਗੁਰੂ ਨੇ ਕੀ, ਗੁਰੂ ਨੇ ਅਰਦਾਸ ਸੁਣੀ, ਕਦੀ ਮੰਗਿਆ ਹੋਵੇਗਾ ਕਿ ਮਹਾਰਾਜ ਆਪਣਾ ਨਾਮ ਦੇ ਦਿਓ। ਜਿੰਨਾ ਚਿਰ ਬੰਧਨ ਨਹੀਂ ਉਹ ਤੋੜਦਾ, ਬੰਧਨ ਨਹੀਂ ਕੱਟ ਹੁੰਦੇ, ਨਾਮ ਕਿੱਦਾਂ ਦੇਵੇ। ਉਹ ਕਦੀ ਮੰਗੀ ਹੋਈ ਦਾਤ ਉਹਦੇ ਘਰ ਵਿੱਚ ਮਨਜ਼ੂਰ ਹੋ ਗਈ, ਕਿਹਾ ਹੋਵੇਗਾ ਸੱਚੇ ਪਾਤਸ਼ਾਹ ਜੀ ਮੈਨੂੰ ਵੀ ਕਿਤੇ ਬ੍ਰਹਮ ਦੀ ਦਾਤ ਦੇ ਦਿਓ, ਮੈਨੂੰ ਵੀ ਨਾਮ ਦੇ ਦਿਓ, ਮੈਂ ਵੀ ਨਾਮ ਜਪਿਆ ਕਰਾਂ। ਬਸ ਉਹ ਸਾਡੀ ਹੀ ਕਹੀ ਹੋਈ ਗੱਲ ਦੇ ਅਨੁਸਾਰ ਕਰਕੇ ਉਹਨੇ ਸਾਨੂੰ ਨਾਮ ਦੇਣਾ। ਇਸ ਕਰਕੇ ਸੰਸਾਰਕ ਬੰਧਨ ਉਹ ਸਾਡੇ ਖੋਲ੍ਹਦਾ, ਤੋੜਦਾ, ਕੱਟਦਾ। ਉੱਥੇ ਸਾਨੂੰ ਕੇਵਲ ਦੁੱਖ ਵੀ ਲੱਗਦਾ। ਜਦੋਂ ਦੁੱਖ ਲੱਗਦਾ ਨਾਮ ਦਵਾਂਝਾ ਹੋ ਜਾਂਦਾ। ਜਦੋਂ ਇਹਨੂੰ ਦੁੱਖ ਲੱਗਦਾ ਵੀ ਕਿਉਂ ਹੋ ਗਿਆ, ਬੜੇ ਨੇ ਅਸਲ ਜਿਹੜੇ ਕਹਿੰਦੇ ਮੈਂ ਜਿਹਦੇ ਨਾਲ ਪਿਆਰ ਕਰਦਾ, ਜਿਹਨੂੰ ਆਪਣਾ ਬਣਾਉਣਾ ਉਹ ਬੇਗਾਨਾ ਬਣ ਜਾਂਦਾ। ਇਹ ਦੋ ਕੰਮ ਤਾਂ ਨਹੀਂ ਹੋਣੇ, ਜਾਂ ਤਾਂ ਸੰਸਾਰ ਨੂੰ ਆਪਣਾ ਬਣਾ ਲਓ ਜਾਂ ਨਿਰੰਕਾਰ ਨੂੰ ਆਪਣਾ ਬਣਾ ਲਓ। ਜਦੋਂ ਨਿਰੰਕਾਰ ਆਪਣਾ ਬਣਨਾ ਉਸ ਵੇਲਾ ਸਾਨੂੰ ਗੁਰੂ ਨੇ ਨਾਮ ਸੁਣਾਉਣਾ। ਉਦੋਂ ਗੁਰੂ ਨੇ ਸਾਨੂੰ ਨਾਮ ਦੀ, ਬ੍ਰਹਮ ਦੀ ਜਾਣਕਾਰੀ ਦੇਣੀ ਹੈ। ਉਹ ਇੱਕ ਸਮਾਂ ਹੁੰਦਾ ਜਦੋਂ ਬੰਧਨ ਟੁੱਟਦਾ, ਖੁੱਲ੍ਹਦਾ, ਕੱਟ ਹੁੰਦਾ। ਉਹ ਇੱਕ ਐਸਾ ਸਮਾਂ ਹੁੰਦਾ ਜਦੋਂ ਅਸੀਂ ਨਿਰੰਕਾਰ ਵੱਲ ਕਦਮ ਪੁੱਟ ਸਕਦੇ ਹਾਂ। ਜੇ ਤਾਂ ਪੁੱਟ ਗਿਆ ਫਿਰ ਤਾਂ ਨੇੜਤਾ ਹੋਰ ਬਣ ਗਈ। ਫਿਰ ਜਿਹੜੇ ਬੰਧਨ ਟੁੱਟੇ ਨੇ ਹੈ ਨਾ ਉਹਨਾਂ ਦਾ ਅਫਸੋਸ ਨਹੀਂ ਰਹਿ ਜਾਂਦਾ। ਜੇ ਕਦਮ ਨਾ ਪੁੱਟਿਆ ਫਿਰ ਚਿੰਤਾ ਵਿੱਚ ਚਲੇ ਜਾਂਦਾ ਵੀ ਇਹ ਕੀ ਬਣ ਗਿਆ। ਇੱਦਾਂ ਦੇ ਬੜੇ ਨੇ ਜਿਹੜੇ ਸਾਰੀ ਜ਼ਿੰਦਗੀ ਚਿੰਤਾ ਵਿੱਚ ਲੰਘਾ ਲੈਂਦੇ ਨੇ। ਮੌਕਾ ਮਿਲਿਆ ਸੀਗਾ ਵੀ ਕਦਮ ਨਿਰੰਕਾਰ ਵੱਲ ਨੂੰ ਪੁੱਟ ਲਈਏ, ਪੁੱਟਿਆ ਹੀ ਨਹੀਂ। ਨਿਰੰਕਾਰ ਨੇ ਤਾਂ ਮੌਕਾ ਦਿੱਤਾ ਸੀ, ਬੰਧਨ ਤੇਰਾ ਖੋਲ੍ਹ ਦਿੱਤਾ ਸੀ। ਬੰਧਨ ਜਦੋਂ ਨਿਰੰਕਾਰ ਆਵਾਜ਼ ਮਾਰਦਾ ਨਾ, ਨਿਸ਼ਾਨੀ ਕੀ ਹੈ, ਬੰਧਨ ਟੁੱਟਦਾ ਇਹਦਾ। ਜਦੋਂ ਨਿਰੰਕਾਰ ਇਹਨੂੰ ਆਪਣੇ ਵੱਲੋਂ ਕਰਦਾ, ਗੁਰੂ ਵਿੱਚ ਵਿਚੋਲਾ ਹੁੰਦਾ ਭਾਈ। ਉੱਥੇ ਮਹਾਰਾਜ ਗੁਰੂ ਦੀ ਮਹਿਮਾ ਦੱਸਦੇ ਨੇ, ਕਹਿੰਦੇ ਬੰਧਨ ਤੇ ਛੁਟਕਾਵੈ, ਪ੍ਰਭੂ ਮਿਲਾਵੈ, ਹਰ ਹਰ ਨਾਮ ਸੁਣਾਵੈ। ਨਾਮ ਜਦੋਂ ਸੁਣਾਉਂਦਾ ਗੁਰੂ ਉਦੋਂ ਬੰਧਨ ਘੱਟ ਹੁੰਦੇ ਨੇ। ਫਿਰ ਨਾਮ ਦੇ ਵਿੱਚ ਰਸ ਆਉਂਦਾ, ਬਾਣੀ 'ਚ ਰਸ ਆਉਂਦਾ। ਫਿਰ ਪ੍ਰਭੂ ਨੂੰ, ਰੱਬ ਨੂੰ ਮਿਲਣ ਦੇ ਚਾਂਸ ਵੱਧਦੇ ਨੇ, ਨੇੜਤਾ ਵੱਧਦੀ। ਪ੍ਰਭੂ ਮਿਲਾਵੇ, ਮੇਲ ਹੀ ਹੋ ਜਾਂਦਾ। ਨੇੜਤਾ ਹੀ ਮੇਲ ਹੈ। ਜਦੋਂ ਆਵਾਜ਼ ਸੁਣਨ ਲੱਗ ਪਏ ਮੇਲ ਹੀ ਹੈ, ਦਿਸਣ ਲੱਗ ਪਿਆ ਮੇਲ ਹੀ ਹੈ। ਜਿਹੜੀ ਇੱਕ ਕਦਮ ਵੀ ਤੁਰ ਪਵੇ ਤਾਂ ਆਵਾਜ਼ ਸੁਣਨ ਲੱਗ ਪੈਂਦੀ ਹੈ। ਇੱਕ ਕਦਮ ਤੁਰਨ ਦੇ ਨਾਲ ਦਿਸਣ ਲੱਗ ਪੈਂਦਾ, ਭਾਵੇਂ ਦੂਰੋਂ ਹੀ ਦਿਸਦਾ। ਸੋ ਇਹ ਕਦਮ ਤੁਰਿਆ ਨਹੀਂ,
ਉੱਥੇ ਕੀ ਇਹ ਖੜਾ ਰਹਿੰਦਾ। ਆਸ ਥਿਰ ਕਰੇ ਨਿਹਚਲ ਇਹ ਮਨੁਆ, ਬਹੁਰ ਨਾ ਕਤਹੂੰ ਧਾਵੈ। ਇੱਥੇ ਸ਼ਬਦ ਮਨ ਦੀ ਬਜਾਏ ਮਨੁਆ ਲਿਖ ਦਿੱਤਾ, ਮਨੁਆ। ਸੋ ਮਨੁਆ ਤਾਂ ਲਿਖਿਆ ਜਿਹੜਾ ਜੇ ਤਾਂ ਇਹ ਡੋਲਦਾ ਫਿਰਦਾ ਫੇਰ ਮਨੁਆ ਆ। ਜਦੋਂ ਸਥਿਰ ਹੋ ਜਾਂਦਾ ਫੇਰ ਮਨ ਬਣਦਾ, ਜਦੋਂ ਸਥਿਰ ਹੁੰਦਾ ਹੈ। ਜਦੋਂ ਸਥਿਰ ਹੋਵੇਗਾ ਤਾਂ ਕੋਈ ਗੱਲ ਸੁਣੇਗਾ, ਸਮਝੇਗਾ। ਤੁਰਿਆ ਤੁਰਿਆ ਬੰਦਾ ਕੀ ਉਪਦੇਸ਼ ਸੁਣ ਲਊਗਾ। ਕਿਸੇ ਦੀ ਗੱਲ ਜੇ ਸੁਣਨੀ ਹੈ, ਆਪਾਂ ਕਹਿੰਦੇ ਵੀ ਖੜ ਕੇ ਸੁਣ, ਬੈਠ ਕੇ ਸੁਣ। ਹੁਣ ਤੁਰੇ ਤੁਰੇ ਜਾਂਦੇ ਨੂੰ ਤਾਂ ਆਪਾਂ ਵੀ ਕਿਸੇ ਨੂੰ ਕੋਈ ਗੱਲ ਨਹੀਂ ਦੱਸਦੇ, ਹੈ ਨਾ। ਸੋ ਬੰਦਾ ਖੜ ਕੇ ਵੀ ਜੇ ਸੁਣਦਾ ਸੀ, ਉਹ 'ਚ ਵੀ ਮਹਿਸੂਸ ਕਰਦੇ ਹਾਂ ਵੀ ਨਹੀਂ ਪਈ ਗੱਲ ਕੀ ਸੁਣੇਗਾ। ਸੋ ਤਾਂ ਪਹਿਲਾਂ ਹੀ ਖੜਿਆ ਹੋਇਆ ਨਾ, ਕਹਿੰਦੇ ਬਹਿ ਜਾ, ਬੈਠ ਕੇ ਗੱਲ ਕਰਦੇ ਹਾਂ। ਜਿੰਨਾ ਚਿਕਰ ਇਹ ਮਨ ਬਹਿੰਦਾ ਨਹੀਂ, ਸਥਿਰ ਨਹੀਂ ਹੁੰਦਾ, ਉਹਨਾਂ ਚਿਕਰ ਮਨੁਆ ਹੀ ਆ। ਗੁਰੂ ਨਹੀਂ ਸੁਣਾਉਂਦਾ ਸ਼ਬਦ, ਕਿੱਦਾਂ ਫਿਰ ਗੁਰੂ ਇਹਨੂੰ ਸੁਣਾ ਦਊਗਾ। ਹੁਣ ਸਥਿਰ ਕਰਨਾ ਜ਼ਰੂਰੀ ਹੈ। ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਇਹ ਸਥਿਰ ਜਿਹੜਾ ਅਸਥਿਰ ਕਰੇ ਨਿਹਚਲ ਇਹ ਮਨੁਆ, ਬਹੁਰ ਨਾ ਕਤਹੂੰ ਧਾਵੈ। ਇਹ ਸਥਿਰ ਕਿੱਦਾਂ ਕਰਨਾ? ਸਥਿਰ ਵੀ ਇਹ ਬਾਣੀ ਦੇ ਨਾਲ ਹੋਣਾ, ਸ਼ਬਦ ਦੇ ਨਾਲ ਹੀ ਕਹਿ ਕੇ ਰੋਕੀ ਦਾ ਅਗਲੇ ਨੂੰ। ਜਦੋਂ ਕਿਸੇ ਨੂੰ ਗੱਲ ਸੁਣਾਉਣੀ ਹੈ, ਅਗਲਾ ਖੜਾ ਆ, ਤੁਰਿਆ ਜਾਂਦਾ, ਫਿਰ ਉਹਨੂੰ ਕਹਿਣਾ ਹੀ ਪੈਂਦਾ ਵੀ ਬਹਿ ਜਾ, ਖੜ ਜਾ, ਸੁਣ। ਇਹ ਗੱਲ, ਇਹ ਸ਼ਬਦ ਪਹਿਲੋਂ ਵਰਤਣੇ ਪੈਂਦੇ। ਮੰਨ ਲਓ ਗੁਰਬਾਣੀ ਦੇ ਵਿੱਚੋਂ ਹੀ ਸਾਨੂੰ ਉਪਦੇਸ਼ ਮਿਲਦਾ, ਜਦੋਂ ਜਿਹਦੇ ਨਾਲ ਅਸੀਂ ਮਨ ਨੂੰ ਖੜਾਉਣਾ ਹੁੰਦਾ। ਫਿਰ ਗੁਰਬਾਣੀ ਵਿੱਚ ਹੀ ਉਪਦੇਸ਼ ਹੁੰਦਾ, ਜਿਹੜਾ ਉਪਦੇਸ਼ ਮਨ ਨੇ ਸੁਣਨਾ ਹੁੰਦਾ, ਜਿੰਨਾ ਨਿਸ਼ਚਲ ਹੋ ਜਾਂਦਾ। ਐਸਾ ਇਹ ਨਿਸ਼ਚਲ ਹੁੰਦਾ ਹੈ, ਐਸਾ ਇਹ ਸਥਿਰ ਹੁੰਦਾ ਹੈ। ਸਤਿਗੁਰੂ ਜੀ ਕਹਿੰਦੇ ਮੁੜ ਕੇ ਇਹ ਧਾਉਂਦਾ ਨਹੀਂ ਆ। ਬਹੁਰ ਨਾ ਕਤਹੂੰ ਧਾਵੈ, ਮਤਲਬ ਕਿਸੇ ਧਾਵੈ ਹੁੰਦਾ ਦੌੜਨਾ, ਇੱਕ ਤਾਂ ਨਾ ਤੁਰਨਾ, ਇੱਕ ਹੁੰਦਾ ਦੌੜਨਾ। ਇਹ ਤਾਂ ਭੱਜਦਾ ਹੈ ਮਨ, ਤਾਂ ਦੌੜਦਾ ਆ ਮਨ, ਫਿਰ ਮੁੜ ਕੇ ਕਿਸੇ ਪਾਸੇ ਦੌੜਦਾ ਨਹੀਂ ਹੈ। ਸੋ ਇਹਦੀ ਤਸੱਲੀ ਨਾ ਹੋਣ ਕਰਕੇ ਦੌੜਦਾ। ਜੇ ਇਹਦੀ ਤਸੱਲੀ ਹੋ ਜਾਵੇ ਕਦੀ ਵੀ ਨਾ ਦੌੜੇ। ਇਹਦੀ ਤਸੱਲੀ ਨਹੀਂ ਹੋਈ ਮਨ ਦੀ। ਤਸੱਲੀ ਇਹਦੀ ਹੋਣੀ ਹੈ ਬ੍ਰਹਮ ਗਿਆਨ ਤੋਂ, ਕਿਉਂਕਿ ਬ੍ਰਹਮ ਜੋਤ ਹੈ ਨਾ, ਇਹ ਜੋਤ ਆ, ਇਸ ਕਰਕੇ ਇਹਦੀ ਤਸੱਲੀ ਨਹੀਂ ਹੋ ਰਹੀ। ਔਰ ਦੁਨਿਆਵੀ ਸੁੱਖਾਂ 'ਚੋਂ, ਦੁਨਿਆਵੀ ਗੱਲਾਂ 'ਚੋਂ, ਵਿਗਿਆਨ 'ਚੋਂ ਦੱਸੋ ਕਿਹਦੀ ਤਸੱਲੀ ਹੋਈ ਹੈ? ਗਿਆਨ 'ਚ ਤਾਂ ਤਸੱਲੀ ਹੈ, ਵਿਗਿਆਨ 'ਚ ਤਸੱਲੀ ਨਹੀਂ ਹੈ। ਵਿਗਿਆਨ ਹਮੇਸ਼ਾ ਗਿਆਨ ਤੋਂ ਉਲਟ ਚੱਲਦਾ। ਜਿੰਨੇ ਵਿਗਿਆਨੀ ਨੇ ਸਾਰੇ ਅੱਧੇ ਕਮਲੇ ਹੋ ਜਾਂਦੇ। ਤਸੱਲੀ ਨਹੀਂ, ਚਿੰਤਾ ਦੇ ਵਿੱਚ, ਫਿਕਰਾਂ ਦੇ ਵਿੱਚ ਰਹਿੰਦੇ ਨੇ, ਨਸ਼ਿਆਂ ਵਿੱਚ ਉਹ ਲੱਗ ਜਾਂਦੇ ਨੇ। ਗਿਆਨ ਤੋਂ ਬ੍ਰਹਮ ਗਿਆਨ ਵੱਲ ਇਹ ਨਿਕਲ ਜਾਂਦਾ ਹੈ। ਸੋ ਜਦੋਂ ਗਿਆਨੀ ਹੋ ਗਿਆ ਉਦੋਂ ਮਨ ਸਥਿਰ ਹੋ ਗਿਆ, ਫਿਰ ਮਨ ਮਨੁਆ ਨਹੀਂ ਰਿਹਾ। ਅਤੇ ਜਦੋਂ ਉਹਦਾ ਰੂਪ ਬਣਦਾ ਉਦੋਂ ਬ੍ਰਹਮ ਦਾ ਰੂਪ ਹੋ ਜਾਂਦਾ। ਜਦੋਂ ਮੂਲ ਵਿੱਚ ਮਨ ਅਤੇ ਚਿੱਤ ਇੱਕ ਹੁੰਦੇ ਆ ਅਤੇ ਉਦੋਂ ਬ੍ਰਹਮ ਗਿਆਨ ਪਸਰਦਾ ਸਾਰੇ ਅੰਤਰਾਤਮੇ ਸਦੇ। ਕਹਿੰਦੇ ਜੇ ਤੂੰ ਚਾਹੁੰਦਾ ਵੀ ਇਹ ਬ੍ਰਹਮ ਦੀ ਸੋਝੀ ਤੇਰੀ ਵੱਧ ਜਾਵੇ, ਬ੍ਰਹਮ ਦਾ ਇਹ ਚੱਲਦਾ ਹੋਇਆ ਦਰਿਆ, ਅਸਮਾਨ, ਜਿਹੜਾ ਅਸਮਾਨ 'ਚ ਚੱਲਦਾ, ਜਿਹੜੇ ਤਾਂ ਪਦਾਰਥਾਂ ਦੇ ਦਰਿਆ ਨੇ ਉਹ ਤਾਂ ਇੱਥੇ ਹੀ ਚੱਲਦੇ ਪਏ ਨੇ। ਜਿਹੜਾ ਬ੍ਰਹਮ ਦਾ ਦਰਿਆ ਆ ਉਹ ਅਸਮਾਨ ਵਿੱਚ ਚੱਲਦਾ। ਕਬੀਰ ਜੀ ਕਹਿੰਦੇ ਅਸਮਾਨ ਮਿਹਾਨੇ ਲਹੰਗ ਦਰਿਆ ਗੁਸਲ ਕਰਦਨ ਬੂਤ। ਜੇ ਤਾਂ ਅਸਮਾਨ 'ਚ ਪਹੁੰਚੇਗਾ ਫਿਰ ਹੀ ਉਹ 'ਚ ਇਸ਼ਨਾਨ ਕਰੂਗਾ। ਮਨ ਉੱਧਰ ਨੂੰ ਜਾਂਦਾ ਹੀ ਨਹੀਂ, ਤਾਂ ਨੂੰ ਤਾਂ ਚੜ੍ਹਦਾ ਹੀ ਨਹੀਂ। ਤਾਂ ਨੂੰ ਚੜ੍ਹਨਾ ਤਾਂ ਜ਼ੋਰ ਲੱਗਣਾ, ਥੱਲੇ ਨੂੰ ਤਾਂ ਜ਼ੋਰ ਹੀ ਕੋਈ ਨਹੀਂ ਲੱਗਦਾ। ਵਿਕਾਰਾਂ ਵਾਲੇ ਪਾਸੇ ਛੇਤੀ ਚੱਲ ਜਾਂਦਾ। ਡਿੱਗਣਾ ਹੁੰਦਾ ਨਾ, ਡਿੱਗਣ 'ਚ ਕਾਹਦਾ ਜ਼ੋਰ ਹੈ? ਤਾਂ ਨੂੰ ਚੜ੍ਹਨ ਵਿੱਚ ਜ਼ੋਰ ਲੱਗਦਾ। ਜਿੰਨਾ ਚਿਰ ਤਾਂ ਨੂੰ ਨਹੀਂ ਚੜ੍ਹਦਾ ਉਹਨਾਂ ਚਿਰ ਇਹਨੂੰ ਜਿਹੜਾ ਅਸਮਾਨ ਵਿੱਚ ਦਰਿਆ ਵਗਦਾ ਹੈ ਨਾ ਬ੍ਰਹਮ ਦਾ, ਸੋ ਉਹਦੇ ਤੱਕ ਨਹੀਂ ਪਹੁੰਚ ਸਕਦਾ ਹੈ। ਉਹਦੇ ਕੋਲ ਜਾਣਾ, ਫਿਰ ਉੱਥੇ ਇਸ਼ਨਾਨ ਕਰਨਾ, ਫਿਰ ਕਿਤੇ ਜਾ ਕੇ ਇਹ ਮਨ ਜਿਹੜਾ ਆ, ਮਨ ਬ੍ਰਹਮ ਦਾ ਪ੍ਰਕਾਸ਼, ਚਿੱਤ ਦੇ ਵਿੱਚ ਇੱਕ ਮਿਕਤਾ। ਫਿਰ ਉਹ ਗੱਲਾਂ ਤਾਂ ਬਾਅਦ ਵਿੱਚ ਨਾ ਸਾਰੇ ਬਈ ਤਾਂ ਚਾਹ ਨੂੰ ਚੜ੍ਹਨ ਨੂੰ ਤਿਆਰ ਹੀ ਨਹੀਂ ਹੈ। ਤਾਂ ਨੂੰ ਕਿਵੇਂ ਚੜ੍ਹੇਗਾ? ਸ਼ਬਦ ਦੇ ਬਲ ਦੇ ਨਾਲ। ਜਦੋਂ ਡੋਰੀ ਲੱਗਦੀ ਨਾ, ਪਤੰਗ ਕਿੱਦਾਂ ਚੜ੍ਹਦਾ? ਹੁਣ ਪਤੰਗ ਫਿਰ ਡੋਰ ਦੇ ਨਾਲ ਹੀ ਚੜ੍ਹਦਾ। ਡੋਰ ਕੱਟ ਹੋ ਗਈ ਤਾਂ ਪਤੰਗ ਵੀ ਗਿਆ।
ਜਦੋਂ ਮਨ ਦੀ ਲੇਵ ਲੱਗਣੀ ਸ਼ੁਰੂ ਹੁੰਦੀ ਹੈ ਉਦੋਂ ਇਹ ਤਾਂ ਨੂੰ ਚੜ੍ਹਨਾ ਸ਼ੁਰੂ ਹੁੰਦਾ ਹੈ। ਸੋ ਭਾਵ ਜਿੱਦਾਂ ਮਹਾਰਾਜ ਕਹਿੰਦੇ ਮਨ ਚੜ੍ਹਿਆ ਦਸਵੇਂ ਆਕਾਸ਼, ਜਦੋਂ ਚੜ੍ਹ ਗਿਆ ਉਸ ਲੈਵਲ 'ਤੇ ਤਿੰਨਾਂ ਗੁਣਾਂ ਤੋਂ ਉੱਪਰ ਉੱਠਿਆ ਨਾ, ਜਦੋਂ ਉਹਨੂੰ ਚੜ੍ਹਨਾ ਕਿਹਾ ਜਾਂਦਾ, ਉੱਥੇ ਫਿਰ ਦਰਿਆ ਵਗਦਾ ਹਿਰਦੇ ਦੇ ਵਿੱਚ, ਜਿਹਨੂੰ ਕਿ ਅਸਮਾਨ ਮਿਹਾਨੇ ਲਹੰਗ ਦਰਿਆ, ਹਿਰਦੇ ਵਿੱਚੋਂ ਦਰਿਆ ਵਗਦਾ ਪਿਆ ਬ੍ਰਹਮ ਦਾ। ਗੁਸਲ ਕਰਦਨ ਬਹੁਤ, ਉੱਥੇ ਇਸ਼ਨਾਨ ਕਰਦਾ ਹੈ। ਜਨਮਾਂ ਜਨਮਾਤਰਾਂ ਦੀ ਲੱਗੀ ਹੋਈ ਮੈਲ ਲੈ ਜਾਂਦੀ ਹੈ। ਸੋ ਜਦੋਂ ਬਾਣੀ ਦੀ ਵਿਚਾਰ ਹੁੰਦੀ ਤਾਂ ਇਹ 'ਚੋਂ ਲੱਗਦਾ ਵੀ ਅਸੀਂ ਤਾਂ ਬਹੁਤ ਉਰੇ ਬੈਠੇ ਹਾਂ, ਬਹੁਤਾ ਹੀ ਉਰੇ ਬੈਠੇ ਹਾਂ। ਇੰਝ ਲੱਗਦਾ ਜਿਵੇਂ ਚੱਲਣ ਦਾ ਸੋਚਿਆ ਵੀ ਹੈ ਨਹੀਂ। ਜਿਹੜੀ ਉਮਰ ਹੈ ਉਹ ਨਿਕਲਦੀ ਜਾਂਦੀ ਹੈ, ਉਮਰ ਨੇ ਤਾਂ ਨਹੀਂ ਰੁਕਣਾ। ਦਿਨ ਰਾਤ, ਰਾਤ ਦਿਨ ਇਹ ਕਰਕੇ ਨਿਕਲਦੇ ਜਾ ਰਹੇ ਨੇ। ਜਦੋਂ ਆਖਰੀ ਸਮਾਂ ਆਇਆ ਨਾ, ਕੱਖ ਨਹੀਂ ਹੋਣਾ, ਫਿਰ ਕੁਛ ਵੀ ਨਹੀਂ ਹੋਵੇਗਾ। ਫਿਰ ਆਏ ਫਿਰ 84 ਦਾ ਗੇੜ ਹੈ ਨਾ, ਜਦੋਂ ਉਪਜੈ, ਜਦੋਂ ਧਰਤੀ 'ਤੇ ਆ ਗਿਆ ਫਿਰ ਆਈ ਜਾਈ ਹੋਣੀ, ਕਦੀ ਜੰਮ ਪਿਆ ਕਦੀ ਮਰ ਪਿਆ। ਇੱਕ ਵਾਰੀ 84 ਵਿੱਚ ਆਇਆ ਨਹੀਂ, 84 ਵਿੱਚ ਜਦੋਂ ਆ ਗਿਆ ਜਨਮ ਮਰਨ ਹੀ ਹੈ। ਅਤੇ ਡੰਡਾ ਤਾਂ ਫਿਰ ਥੱਲਿਓਂ ਹੀ ਫੜ ਹੁੰਦਾ ਹੈ। ਡੰਡਾ ਥੱਲੇ ਭਾਗਾ ਵਾਲੇ ਹੁੰਦੇ ਨੇ ਜਿਹਨੂੰ 84 'ਚ 84ਵਾਂ ਡੰਡਾ ਅਖੀਰਲਾ ਫਿਰ ਮੁੜ ਕੇ ਮਿਲ ਜਾਂਦਾ, ਨਹੀਂ ਤਾਂ ਟਰਨ ਦਾ ਫਿਰ ਥੱਲੇ ਵਾਲੇ ਡੰਡੇ ਤੋਂ ਹੁੰਦੀ ਹੈ, ਜੋ ਉਹਨਾਂ 'ਚ ਭਟਕਣਾ ਪੈਂਦਾ। ਸੋ ਇਹ 84ਵਾਂ ਡੰਡਾ ਹੈ। ਇਹਦੇ ਵਿੱਚ ਅਸੀਂ ਅਸਮਾਨ ਵਿੱਚ ਚੱਲਦਾ ਹੋਇਆ ਜਿਹੜਾ ਦਰਿਆ ਆ ਉੱਥੇ ਤੱਕ ਪਹੁੰਚ ਸਕਦੇ ਹਾਂ। ਮਨੂ ਹੀ ਰਹਿ ਜਾਣਾ ਨਹੀਂ ਤਾਂ ਕਹਿੰਦੇ ਮਹਾਰਾਜ, ਕਹਿੰਦੇ ਇਹਨੂੰ ਭਾਈ ਆ ਸਥਿਰ ਕਰੋ, ਨਿਸ਼ਚਲ ਕਰੋ। ਅਤੇ ਫਿਰ ਕਹਿੰਦੇ ਮੁੜ ਕੇ ਕਹਿੰਦੇ ਇਹ ਨਹੀਂ ਕਿਸੇ ਪਾਸੇ ਧਾਉਂਦਾ। ਗਿਆਨ ਮਿਲ ਗਿਆ, ਇਹਦੀ ਤਸੱਲੀ ਹੋ ਗਈ। ਜਦੋਂ ਮਨ ਦੀ ਤਸੱਲੀ ਹੋ ਜਾਂਦੀ ਦੂਜਾ ਸਵਾਲ ਹੀ ਨਹੀਂ ਕਰਦਾ, ਤਸੱਲੀ ਹੋ ਗਈ ਇਸ ਦੀ। ਮਨ ਦੀ ਤਸੱਲੀ ਗੁਰਮਤਿ ਦੇ ਗਿਆਨ ਤੋਂ ਬਿਨਾਂ ਕਦੀ ਹੋ ਹੀ ਨਹੀਂ ਸਕਦੀ ਹੈ। ਕੋ ਐਸੋ ਹਮਰਾ ਮੀਤ, ਸਗਲ ਸਮਗਰੀ ਜੀਓ ਹੀਓ ਦੇਓ, ਅਰ ਪਾਉ ਆਪਣੋ ਚੀਤ। ਮੇਰਾ ਕੋਈ ਇੱਦਾਂ ਦਾ ਮਿੱਤਰ ਹੋਵੇ ਜਿਹੜਾ ਮੇਰੇ ਮਨ ਨੂੰ ਸਥਿਰ ਕਰ ਦੇਵੇ, ਟਿਕਾ ਦੇਵੇ। ਮਨ ਮੇਰਾ ਸਥਿਰ ਕਰ ਦੇਵੇ, ਉਹਦੇ ਬਦਲੇ ਨਾ ਮਨ ਮੇਰਾ ਨਿਸ਼ਚਲ ਹੋ ਜਾਵੇ, ਜਿਹੜਾ ਦੌੜਦਾ ਭੱਜਦਾ ਭਟਕਣਾ ਬਣੀ ਹੋਈ ਹੈ, ਜਿਹੜਾ ਮੇਰੇ ਮਨ ਨੂੰ ਨਿਸ਼ਚਲ ਕਰ ਦੇਵੇ। ਸਗਲ ਸਮਗਰੀ, ਮੇਰੇ ਪਾਸ ਜੋ ਹੈ, ਜੋ ਵੀ ਮੇਰੇ ਕੋਲ ਹੈ, ਮੇਰਾ ਜੋ ਆਪਣਾ ਹੈ, ਜੀਓ ਹੀਓ ਦੇਓ ਅਰਪੋ ਆਪਣਾ ਚੀਤ। ਇੱਕ ਤਾਂ ਦੁਨੀਆ ਦੇ ਪਦਾਰਥ ਮੇਰੇ ਕੋਲ ਜੋ ਹਨ ਉਹ ਵੀ ਮੌਤ ਦੇ ਚਰਨਾਂ 'ਚ ਅਰਪਣ ਕਰਾਂਗਾ। ਫਿਰ ਮੇਰਾ ਇਹ ਤਨ ਹੈ, ਮਨ ਚਿੱਤ ਹੈ ਨਾ, ਸਾਰਾ ਕੁਛ ਉਸ ਦੇ ਹਵਾਲੇ ਕਰਾਂਗਾ। ਜਿਹੜਾ ਸੋ ਮੈਨੂੰ ਮੇਰੇ ਮਨ ਨੂੰ ਸਥਿਰ ਕਰ ਦੇਵੇ, ਮੇਰੇ ਮਨ ਦਾ ਟਿਕਾਅ ਬਣਾ ਦੇਵੇ। ਕੋਈ ਹੈਗਾ ਮੀਤ ਐਸਾ? ਦੁਨੀਆ ਦੇ ਜਿਹੜੇ ਮਿੱਤਰ ਹੁੰਦੇ ਨੇ ਉਹਨਾਂ ਦੇ ਤਾਂ ਆਪਣੇ ਮਨ ਨਹੀਂ ਸਥਿਰ ਹੁੰਦੇ, ਅਤੇ ਉਹ ਕਿਵੇਂ ਸਾਡੇ ਮਨਾਂ ਨੂੰ ਸਥਿਰ ਕਰ ਸਕਦੇ ਨੇ? ਗੁਰੂ ਤੋਂ ਬਿਨਾਂ ਐਸਾ ਕੋਈ ਮਿੱਤਰ ਹੋ ਹੀ ਨਹੀਂ ਸਕਦਾ। ਗੁਰੂ ਹੀ ਇੱਕ ਐਸਾ ਮਿੱਤਰ ਹੈ ਸੋ ਜਿਹੜਾ ਮਨ ਨੂੰ ਸਥਿਰ ਕਰ ਸਕਦਾ, ਕਿਉਂਕਿ ਉਹ ਆਪ ਸਥਿਰ ਹੈ, ਆਪ ਅਡੋਲ ਹੈ। ਬਾਣੀ ਪ੍ਰਭ ਕੀ ਸਭ ਕੋ ਭੋਲੈ, ਆਪ ਅਡੋਲ ਨਾ ਕਬਹੂ ਢੋਲੈ। ਬਾਣੀ ਅਡੋਲ ਹੈ, ਬਾਣੀ ਹੀ ਸਾਨੂੰ ਆਪਣੇ ਆਪ ਨੂੰ ਸਥਿਰ ਕਰ ਸਕਦੀ ਹੈ। ਸੋ ਜੇ ਬਾਣੀ ਨਾਲ ਜੁੜ ਗਿਆ ਤਾਂ ਮਨ ਸਥਿਰ ਹੋ ਗਿਆ, ਨਹੀਂ ਬਾਣੀ ਨਾਲ ਜੁੜੇ ਤਾਂ ਮਨ ਦੀ ਭਟਕਣਾ ਬਰਕਰਾਰ ਰਹੇਗੀ। ਜਦੋਂ ਬਾਣੀ ਕਰਕੇ ਮਨ ਸਥਿਰ ਹੁੰਦਾ, ਫਿਰ ਗੁਰੂ ਕਾ ਸਿੱਖ ਬਾਣੀ ਦੇ ਅੱਗੇ ਆਪਣਾ ਆਪ ਢੇਰੀ ਕਰ ਦਿੰਦਾ। ਕਹਿੰਦਾ ਮੇਰਾ ਮੁਝ ਮੇਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਕੁਝ ਮਿਲਿਆ ਫੇਰ ਛੱਡ ਦਿੱਤਾ। ਹੱਥ 'ਚ ਠੀਕਰੀ ਸੀ, ਸੋਨਾ ਮਿਲ ਗਿਆ ਠੀਕਰੀ ਗਈ, ਸੋਨਾ ਮਿਲ ਗਿਆ ਠੀਕਰੀ ਗਈ। ਸੋ ਜਿੰਨਾ ਚਿਕਰ ਚੰਗਾ ਨਹੀਂ ਮਿਲਿਆ, ਮਾੜਾ ਘੁੱਟ ਕੇ ਫੜਿਆ ਸੀਗਾ। ਮਾੜੇ ਦੇ ਉੱਤੇ ਹੀ ਸ਼ਰਧਾ ਸਾਡੀ ਬਣੀ ਹੋਈ ਸੀ, ਪਰ ਜਦੋਂ ਚੰਗੇ ਦੀ ਜਦੋਂ ਸੋਝੀ ਆ ਗਈ, ਮਾੜਾ ਛੱਡਦਿਆਂ ਤੇਰੀ ਨਹੀਂ ਲਾਉਂਦਾ। ਜਦੋਂ ਚੰਗਾ ਵਿਚਾਰ ਮਿਲ ਜਾਂਦਾ ਫਿਰ ਮਾੜੇ ਵਿਚਾਰ ਨੂੰ ਕੌਣ ਰੱਖਦਾ? ਮਾੜਾ ਵਿਚਾਰ ਛੱਡ ਦਿੰਦਾ ਹੈ।
ਆ ਜਿਹੜੇ ਮੱਤ ਦੇ ਵਿਚਾਰ ਨੇ ਹੀਰੇ ਮੋਤੀ ਰਤਨ ਨੇ। ਮਹਾਰਾਜ ਕਹਿੰਦੇ ਮੱਤ ਵਿੱਚ ਰਤਨ ਜਵਾਹਰ ਮਾਣਿਕ। ਜਦੋਂ ਮੱਤ ਨੂੰ ਚੰਗੀ ਮੱਤ ਮਿਲਦੀ, ਗੁਰੂ ਦੀ ਮੱਤ ਮਿਲਦੀ, ਉਹ ਹੀਰੇ ਮੋਤੀ ਜਵਾਹਰ ਰਤਨ ਨੇ। ਜਦੋਂ ਹੀ ਮਿਲ ਗਿਆ ਇਹ ਹੀਰੇ ਮੋਤੀ ਜਵਾਹਰ ਰਤਨ, ਬਾਣੀ ਦੇ ਵਿਚਾਰ ਜਦੋਂ ਮਿਲ ਗਈ, ਨਾਲ ਹੀ ਮੱਤ ਜਿਹੜੀ ਆ ਮਾੜੀ ਮੱਤ ਦਾ ਉਸੇ ਵਕਤ ਤਿਆਗ ਕਰ ਦਿੰਦੀ ਹੈ। ਇਹ ਗੁਰੂ ਦੀ ਕਿਰਪਾ ਦੇ ਨਾਲ ਹੁੰਦਾ ਹੈ। ਕੋਈ ਹਮਰਾ ਐਸੋ ਮੀਤ, ਹੁਣ ਭਾਈ ਜਿਹਦੇ ਕੋਲ ਏਡੀ ਧਨ ਦੌਲਤ ਆ ਜਾਂਦੀ ਹੈ, ਉਹ ਮਾਇਆ ਵਾਲੇ ਪੱਖੋਂ ਤਾਂ ਨਿਸ਼ਚਿੰਤ ਹੋ ਜਾਂਦਾ ਨਾ। ਇਸੇ ਤਰ੍ਹਾਂ ਜਦੋਂ ਸ਼ੁਭ ਵਿਚਾਰ ਮੱਤ ਵਿੱਚ ਆਉਂਦੇ ਨੇ, ਚੰਗੇ ਵਿਚਾਰ, ਮਨ ਕਿੱਥੇ ਡੋਲਦਾ, ਮਨ ਨਿਸ਼ਚਲ ਹੋ ਜਾਂਦਾ। ਇਹ ਕਹਿਣਾ ਵੀ ਮੈਂ ਸਾਰਾ ਕੁਝ ਗੁਰੂ ਨੂੰ ਦੇ ਦੂੰਗਾ, ਇਹ ਸਮਝਦਾ ਕੱਖ ਨਹੀਂ, ਆਪਣਾ ਕੁਝ ਨਹੀਂ ਸਮਝਦਾ। ਦੁਨੀਆ ਦੇ ਤਮਾਮ ਪਦਾਰਥ ਜੋ ਵੀ ਇਹਦੇ ਕੋਲ ਹਨ, ਉਹ ਸਰਬੰਸ ਦਾ ਨਹੀਂ ਬਣਿਆ ਹੁੰਦਾ। ਮਤਲਬ ਜਿਹੜਾ ਆਪਣਾ ਸਮਝਦਾ ਕੱਖ ਨਹੀਂ, ਤੇ ਸਰਬੰਸ ਦਾ ਨਹੀਂ, ਵੀ ਜੋ ਕੁਝ ਹੈ ਤੇਰਾ ਹੀ ਹੈ, ਤਾਨ ਮਨ ਧਨ ਸਭ ਕੁਝ ਤੇਰਾ। ਮੇਰੇ ਮਨ ਨੂੰ ਤੂੰ ਸਥਿਰ ਕਰ ਦਿੱਤਾ। ਸੋ ਇਹ ਸਿੱਖ ਦੀ ਆਪਣੀ ਅੰਦਰਲੀ ਫਿਰ ਫੀਲਿੰਗ ਹੋ ਜਾਂਦੀ ਹੈ। ਰਹਾਓ ਪਰ ਧਨ ਪਰ ਤਨ ਪਰ ਕੀ ਨਿੰਦਾ, ਇਨ ਸਿਉ ਪ੍ਰੀਤ ਨ ਲਾਗੈ। ਜਿਨ੍ਹਾਂ ਦੇ ਮਨ ਸਥਿਰ ਹੋ ਜਾਂਦੇ ਨੇ, ਪਰਾਇਆ ਧਨ ਉਸ ਨੂੰ ਉਹ ਪੱਥਰ ਸਮਝਦੇ ਨੇ। ਪਰ ਧਨ ਪਾਹਨ ਤੁਲ, ਜਿੱਦਾਂ ਪੱਥਰ ਦੀ ਕੋਈ ਵੈਲਿਊ ਨਹੀਂ ਆ। ਪੱਥਰ ਸੜਕ 'ਤੇ ਪਿਆ ਕੋਈ ਵੈਲਿਊ ਨਾ, ਕੋਈ ਚੱਕਣਾ ਮਤਲਬ ਹੀ ਕੋਈ ਨਹੀਂ। ਕਿਸੇ ਨੇ ਕਿਹਾ ਕਦੀ ਵੀ ਤੇਰਾ ਪੱਥਰ ਡਿੱਗਿਆ ਹੋਇਆ, ਤੇਰਾ ਪੱਥਰ ਮੇਰਾ ਪੱਥਰ, ਕੋਈ ਇਹੋ ਜਿਹੀ ਗੱਲ ਨਹੀਂ ਹੁੰਦੀ। ਪੱਥਰ ਰਾਹ 'ਚ ਜਿਹੜੇ ਪਾਏ ਹੁੰਦੇ ਉਹਨਾਂ ਦੀ ਗੱਲ ਕਰਦੇ ਨੇ। ਜਿਹੜੇ ਰਾਸ ਦੇ ਵਿੱਚ ਇੱਧਰ ਉੱਧਰ ਪੱਥਰ ਆਪਾਂ ਬੜੇ ਵੇਖਦੇ ਨੇ ਸੜਕਾਂ 'ਤੇ ਪਏ ਹੋਏ, ਉਹਨੂੰ ਦੇਖ ਕੇ ਇਗਨੋਰ ਕਰਦੇ, ਬਲਕਿ ਇੱਧਰ ਨੂੰ ਦੇਖਦੇ ਵੀ ਨਹੀਂ ਆਪਾਂ। ਪਰ ਧਨ ਪਾਹਨ ਤੁਲ, ਪੱਥਰ ਸਮਝਣਾ ਜਿਹੜਾ ਪਰਾਇਆ ਧਨ ਹੈ। ਪਰ ਹੁੰਦਾ ਕਿ ਜਦੋਂ ਧਨ ਵੱਲ ਨਿਗਾਹ ਪੈਂਦੀ ਉਦੋਂ ਕੱਖ ਨਹੀਂ ਵੇਖਦਾ, ਸੋ ਉੱਧਰਲੇ ਪਾਸੇ ਨੂੰ ਭੱਜ ਉੱਠਦਾ। ਕਹਿੰਦੇ ਪਰ ਤਨ, ਪਰਾਇਆ ਤਨ ਜਿਹੜਾ ਹੈ, ਪਰਾਏ ਤਨ ਦੇ ਨਾਲ ਕਦੀ ਨੇਹ ਨਹੀਂ ਲਾਉਣਾ। ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ, ਔਰਤ ਵਾਸਤੇ ਵੀ ਤੇ ਮਰਦ ਵਾਸਤੇ ਵੀ। ਸੋ ਪਰ ਧਨ ਪਰ ਕੀ ਨਿੰਦਾ, ਦੂਸਰਿਆਂ ਦੀ ਨਿੰਦਿਆ ਹੁੰਦੀ ਉਹ ਜਿਹੜੀ ਦੂਸਰਿਆਂ ਦੀਆਂ ਗੱਲਾਂ ਕਰਦਾ। ਇਹਨਾਂ ਸੋ ਪ੍ਰੀਤ ਨਾ ਲੱਗ, ਇਹਨਾਂ ਦੇ ਨਾਲ ਕਦੀ ਪ੍ਰੀਤ ਨਹੀਂ ਲਾਉਣੀ। ਇਹ ਸਾਨੂੰ ਆਪ ਹੀ ਬੇਨਤੀ ਕਰਨੀ ਚਾਹੀਦੀ। ਮਹਾਰਾਜ ਪਰਾਇਆ ਧਨ ਪਰਾਇਆ ਤਨ, ਤੇ ਹੁਣ ਜੇ ਪਰਾਇਆ ਤਨ ਇਕੱਲਾ ਇਹ ਥੋੜ੍ਹੀ ਵੀ, ਸੋ ਪਰਾਇਆ ਤਨ ਜਿਹੜਾ ਆ ਔਰਤ ਵਾਸਤੇ ਕਹਿ ਦਿੱਤਾ। ਜਿਹੜਾ ਆਹ ਤਨ ਸਾਨੂੰ ਮਿਲਿਆ ਹੋਇਆ, ਇਹ ਸਾਡਾ ਆਪਣਾ ਹੈ ਹੀ ਨਹੀਂ ਹੈ। ਇਹ ਪਰ ਤਨ ਆ ਜਿਹਨੂੰ ਅਸੀਂ ਆਪਣਾ ਸਮਝ ਕੇ ਬੈਠੇ ਹੋਏ ਹਾਂ। ਜੇ ਆਪਣਾ ਹੋਵੇ ਤਾਂ ਇਹ ਜਿਹੜਾ ਵਡੇਪੇ ਵੱਲ ਨੂੰ ਵੱਧਦਾ ਜਾਂਦਾ ਨਾ, ਆਪਾਂ ਇਹਨੂੰ ਰੋਕ ਸਕਦੇ ਹਾਂ, ਨਹੀਂ ਰੁਕਦਾ। ਇਹ ਸਾਡਾ ਨਹੀਂ ਹੈ ਤਨ, ਅਸੀਂ ਤਾਂ ਇਹਨੂੰ ਕਦੀ ਖਰਾਬ ਹੀ ਨਾ ਹੋਣ ਦਈਏ। ਜੇ ਸਾਡਾ ਹੋਵੇ, ਇਹ ਤਾਂ ਸਾਨੂੰ ਮਿਲਿਆ ਹੋਇਆ, ਇਹ ਤਾਂ ਸਾਨੂੰ ਸਵਾਰੀ ਮਿਲੀ ਹੋਈ ਹੈ। ਇਹ ਪਰ ਤਨ ਆ, ਸਾਡਾ ਨਹੀਂ ਹੈ। ਪਰ ਧਨ ਜਿਹੜੇ ਸਵਾਸ ਅਸੀਂ ਲੈ ਰਹੇ ਹਾਂ, ਸਾਨੂੰ ਤਾਂ ਪਤਾ ਹੀ ਨਹੀਂ ਕਿੱਥੇ ਸਵਾਸ ਰੱਖੇ ਹੋਏ ਨੇ ਕਰਤੇ ਪੁਰਖ ਨੇ, ਕਿੱਥੋਂ ਸਾਨੂੰ ਦੇ ਰਿਹਾ। ਇੱਕ ਜਿਹੜਾ ਸਾਹ ਸਾਨੂੰ ਦਿੰਦਾ ਪਿਆ। ਜਦੋਂ ਪਤਾ ਹੋਵੇ ਨਾ ਪਿਓ ਨੂੰ ਵੀ ਇਹ ਬੱਚਾ ਪੈਸੇ ਗਵਾ ਲਊਗਾ, ਉਹ ਫਿਰ 1-1 ਰੁਪਈਆ ਦਿੰਦਾ ਵਰਤਣ ਲਈ ਇਸ ਨੂੰ। ਚਲੋ ਲੈ ਵੀ ਇਹਨੂੰ ਸਹੀ ਤਰੀਕੇ ਨਾਲ ਵਰਤ ਲਾ। ਹੁਣ ਇੱਕ ਸਵਾਸ ਜਿਹੜਾ ਬੜਾ ਵਡਮੁੱਲਾ ਆ। ਇਕੱਠੇ ਸਵਾਸ ਇਸ ਨੂੰ ਨਹੀਂ ਦਿੱਤੇ ਹੋਏ। ਜੇ ਦਿੱਤੇ ਹੋਏ ਤਾਂ ਕੋਈ ਵੀ ਦੱਸ ਦੇ ਵੀ ਕਿੱਥੇ ਸਵਾਸ, ਕਿੰਨੀ ਗਿਣਤੀ ਕਰਕੇ ਤਾਂ ਦੱਸ ਹੀ ਸਕਦਾ ਨਾ ਵੀ ਇੰਨੇ ਸਾਹ ਮੇਰੇ ਹੈਗੇ ਆ। ਉਹ ਇੱਕ ਸਾਹ ਦਿੰਦਾ। ਫਿਰ ਪਰ ਧਨ ਨਹੀਂ ਹੋਇਆ, ਸਾਡਾ ਥੋੜ੍ਹੀ ਹੈ, ਸਾਹ ਸਾਡਾ ਹੈ। ਪਰ ਤਨ ਇਹ ਸਰੀਰ ਮੇਰਾ ਆ। ਫਿਰ ਪਰ ਕੀ ਨਿੰਦਾ, ਜਦ ਮੇਰਾ ਸਰੀਰ ਨਹੀਂ, ਮੇਰੇ ਸਾਹ ਨਹੀਂ, ਤੇ ਪਰਾਈ ਨਿੰਦਾ ਕਿਉਂ ਕਰਦਾ? ਆਪਣੇ 'ਚ ਅਵਗੁਣ ਵੇਖ ਵੀ ਕਿੰਨੇ ਕੁ ਤੇਰੇ ਅਵਗੁਣ ਨੇ, ਦੂਸਰਿਆਂ ਦੇ ਅਵਗੁਣ ਕਿਉਂ ਤੱਕਦਾ? ਫਿਰ ਪਰ ਕੀ ਨਿੰਦਾ, ਇਨ ਸਿਉ ਪ੍ਰੀਤ ਨਾ ਲੱਗ, ਇਹਨਾਂ ਦੇ ਨਾਲ ਪ੍ਰੀਤ ਨਾ ਪਾ, ਖਰਾਬ ਹੋਵੇਗਾ। ਮਹਾਰਾਜ ਕਹਿੰਦੇ
ਸੰਤ ਹੈ ਸੰਗ ਸੰਤ ਸੰਭਾਖਨ, ਹਰ ਕੀਰਤਨ ਮਨ ਜਾਗੈ। ਜਿਹੜੇ ਸ਼ਾਂਤ ਆਤਮਾ ਨੇ, ਉਹਦੇ ਸੰਤ ਨੇ ਜਿਹੜੇ, ਕੋਈ ਇਹ ਨਹੀਂ ਵੀ ਸੰਤ ਹੁੰਦੇ ਨਹੀਂ ਸਾਧ ਨਹੀਂ ਹੁੰਦੇ, ਸੰਤ ਵੀ ਨੇ, ਸਾਧ ਭਗਤ, ਸੋ ਇਹ ਸਾਰੇ ਨੇ। ਪਰ ਸਾਨੂੰ ਪਹਿਚਾਣ ਨੇ ਨਹੀਂ ਲੱਭਦਾ ਕੋਈ, ਤੇ ਬਾਣੀ ਹੀ ਸੰਤ ਹੈ, ਬਾਣੀ ਹੀ ਭਗਤ ਹੈ। ਗੁਰੂ ਨਾਨਕ ਨੂੰ ਭੱਟਾਂ ਨੇ ਭਗਤ ਕਿਹਾ। ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸਮਸਰ, ਜਨ ਨਾਨਕ ਭਗਤ ਦਰ ਤੁਲ, ਹੈ ਨਾ। ਗੁਰੂ ਨਾਨਕ ਨੂੰ ਭਗਤ ਕਹਿ ਕੇ ਪੁਕਾਰ ਲਿਆ। ਇਹਦੇ ਨਾਲ ਗੁਰੂ ਨਾਨਕ ਦੀ ਮਹਿਮਾ ਥੋੜ੍ਹੀ ਘਟਦੀ ਹੈ, ਨਹੀਂ ਮਹਿਮਾ ਘਟਦੀ। ਸੋ ਬੱਚਾ ਆਪਣੇ ਪਿਤਾ ਨੂੰ ਸੋ ਕਿਹੜੇ ਸ਼ਬਦ ਨਾਲ ਬੁਲਾਉਂਦਾ? ਪਿਤਾ ਬੁਲਾਉਂਦਾ, ਪਾਪਾ ਬੁਲਾਉਂਦਾ, ਡੈਡੀ ਬੁਲਾਉਂਦਾ, ਕਿਹੜੇ ਲਫ਼ਜ਼ ਨਾਲ ਬੁਲਾ ਰਿਹਾ? ਸੋ ਇਹਦੇ ਨਾਲ ਪਿਓ ਦੀ ਮਹਾਨਤਾ ਥੋੜ੍ਹੀ ਘਟ ਜਾਂਦੀ ਹੈ। ਸੋ ਇਸ ਕਰਕੇ ਭਗਤਾਂ ਨੇ, ਜੇ ਹੁਣ ਭੱਟਾਂ ਨੇ ਗੁਰੂ ਨਾਨਕ ਨੂੰ ਭਗਤ ਕਹਿ ਕੇ ਬੁਲਾਇਆ, ਕਿਤੇ ਗੁਰੂ ਨਾਨਕ ਦੀ ਮਹਿਮਾ ਥੋੜ੍ਹੀ ਘਟੀ ਹੈ, ਮਹਿਮਾ ਨਹੀਂ ਘਟਦੀ ਹੈ, ਇੱਕ ਰੂਪ ਨੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ, ਕਹਿੰਦੇ ਸੰਤ ਹੈ ਸੰਗ। ਸੰਤ ਹੈ ਸੰਗ ਤੋਂ ਭਾਵ ਹੁੰਦਾ ਵੀ ਆਪਣੇ ਮੂਲ ਦੇ ਨਾਲ ਜਿਹੜੀ ਸੰਗਤ ਮਨ ਦੀ ਹੈ ਨਾ, ਮੂਲ ਦੇ ਨਾਲ ਸੰਗਤ ਜ਼ਿਆਦਾ ਰਹੇ। ਫਿਰ ਸੰਤ ਸੰਭਾਖਨ, ਫਿਰ ਮੂਲ ਦੀਆਂ ਗੱਲਾਂ ਬਾਤਾਂ ਸੁਣਦੀਆਂ, ਫਿਰ ਮਨ ਦੀ ਮੂਲ ਦੇ ਨਾਲ, ਮੂਲ ਦੀ ਮਨ ਦੇ ਨਾਲ ਗੱਲਬਾਤ। ਸੰਤ ਸੰਭਾਖਨ ਚੱਲਦਾ। ਹਰ ਕੀਰਤਨ ਮਨ ਜਾਗੇ, ਤਦੇ ਹਰੀ ਦੀ ਕੀਰਤੀ ਵਿੱਚ ਮਨ ਜਾਗੇ। ਕਹਿੰਦੇ ਜਾਗ ਨਹੀਂ ਸਕਦਾ ਮਨ, ਕਹਿੰਦੇ ਗੁਣ ਨਿਦਾਨ ਦਿਆਲ ਪੁਰਖ ਪ੍ਰਭ, ਸਰਬ ਸੁਖ ਦਿਆਲਾ। ਉਹ ਗੁਣਾਂ ਦਾ ਖਜ਼ਾਨਾ ਹੈ, ਦਿਆਲੂ ਹੈ, ਪੁਰਖ ਹੈ। ਸੇ ਸਾਰੇ ਸੁੱਖ ਨੇ ਉਹਦਾ ਨਾਮ ਲੈਣ ਦੇ ਵਿੱਚ, ਤੇ ਸਭਨਾਂ ਨੂੰ ਸਾਰੇ ਸੁੱਖ ਦੇਣ ਦੀ ਸਮਰੱਥਾ ਹੈ, ਕਿਉਂਕਿ ਉਹ ਦਿਆਲਾ ਹੈ, ਦਇਆ ਦਾ ਘਰ ਹੈ। ਮੰਗੈ ਦਾਨ ਨਾਮ ਤੇਰੋ ਨਾਨਕ, ਜਿਉ ਮਾਤਾ ਬਾਲ ਗੋਪਾਲਾ। ਮੈਂ ਤਾਂ ਤੇਰਾ ਬੱਚਾ ਬਣ ਕੇ ਤੇਰੇ ਦਰ ਤੋਂ ਤੇਰਾ ਨਾਮ ਮੰਗਦਾ। ਜਿਵੇਂ ਬੱਚਾ ਆਪਣੀ ਮਾਂ ਪਾਸੋਂ ਮੰਗਦਾ, ਝਿਜਕਦਾ ਨਹੀਂ ਹੈ, ਮੰਗਦਾ, ਕੋਈ ਸੰਗ ਨਹੀਂ, ਕੋਈ ਸ਼ਰਮ ਨਹੀਂ, ਨਾ ਕੋਈ ਝਿਜਕਤਾ, ਮਾਤਾ ਕੋਲੇ ਮੰਗਣਾ। ਇਸੇ ਤਰ੍ਹਾਂ ਭਗਤ ਗੁਰੂ ਕੋਲੋਂ ਮੰਗਦੇ ਨੇ, ਕੋਈ ਝਿਜਕ ਨਹੀਂ ਮਨ ਵਿੱਚ ਆਉਂਦੀ ਹੈ। ਮਹਾਰਾਜ ਨੇ ਕਿਰਪਾ ਕੀਤੀ, ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ। ਸਤਿਗੁਰੂ ਜੀ ਕਿਰਪਾ ਕਰਨ, ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਹਾਂ। ਸਤਿਗੁਰ ਤਾਂ ਪਾਇਆ ਸਹਿ ਛੇਤੀ, ਮਨ ਬਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰ। ਸਭ ਸਵਾਰਣਾ, ਸਭਨਾ ਗੱਲਾਂ ਸਮਰਾ ਸੁਆਮੀ। ਸੋ ਕਿਉ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਫ ਸਲਾਹ ਤੇਰੀ। ਨਾਉ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋਂ। ਜਿਸ ਦੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ। ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ। ਕਾਲਾ ਜਿਤ ਕਰਤਾਰੀਆ, ਪੰਚ ਦੂਤ ਦਵਸ ਕੀਤੇ। ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ। ਤੁਰ ਜਿਨ ਕਉ ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ।
ਆਨੰਦ ਸੁਣੋ ਵਡਭਾਗਿਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੋਹਣੀ ਸੱਚੀ ਬਾਣੀ। ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤ ਗੁਰ ਰਹਿਆ ਭਰਪੂਰੈ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤ ਗੁਰ ਰਹਿਆ ਭਰਪੂਰੈ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ तुम मात पिता हम बारक तेरे। तुमरी कृपा में सुख कनेरे। न तुमरा अंत ऊंचे ते ऊंचा भगवंत। सगल समगरी तुमरे सूतर तारी। तुम ते होए सो आज्ञाकारी। तुमरी गात मित तुम ही जानी। नानक दास सदा कुर्बान। वाहिगुरु। ਅਰਜਨ ਹਰ ਗੋਬਿੰਦ ਨਾਮ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਸਿੱਠੇ ਸਭ। ਤੇਗ ਬਹਾਦਰ ਸਿਮਰਿਆ ਕਰੋ ਦਿਆ ਵਿਧਾਏ ਸਭ ਥਾਈ। ਦਸਵੇਂ ਪਾਤਸ਼ਾਹ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਧਿਆਨ ਖਾਲਸਾ। ਬੋਲੋ ਜੀ ਵਾਹਿਗੁਰੂ। ਪੰਜਾਬ ਪਿਆਰਿਆਂ ਜਿਨ੍ਹਾਂ ਤੇਰਾ ਨਾਮ ਜਪਿਆ ਵਰ ਛਕਿਆ ਦੇਖ ਤਲਾਸ਼ ਤੇ ਵਾਰ ਦੇਖ ਕੀਤਾ। ਜਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖਾ ਸਕੀ। ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਕਰਦੇ ਸੀ ਵਾਹਿਗੁਰੂ ਬੜੇ ਤਾਨਾਰਿਆਂ ਨਾਲ ਚਿਰਵਾਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਾਂ ਨਹੀਂ ਹਾਰਿਆ ਸੁਖੀ ਸਿੱਧ ਕੇ ਸੰਸਦ ਸਮਾਏ। ਤਿਨਾਂ ਸਮੂਸ਼ੀ ਦਾ ਦੀ ਕਮਾਈ ਦਾ ਧਿਆਨ ਤੇ ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤੇ ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਸਰਬੱਤ ਖਾਲਸਾ ਜੀ ਦੀ ਅਰਦਾਸ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਿਆ ਚੇਤਿਆ ਉਨਕਾ ਸਤਿਕਾਰ ਸਰਬ ਸੁਖ ਹੋਵੇ। ਜਾਂ ਜਾਂ ਖਾਲਸਾ ਜੀ ਸਰਬ ਨਾਮ ਵਿਚਾਰਿਆ ਦੇਖ ਦੇਖ ਫਤਿਹ ਗੁਰੂ ਕੀ ਕਰ ਹੋ ਕੀ ਸਹਿਬ ਸੁਣਾਏ। ਖਾਲਸਾ ਜੀ ਕੇ ਬੋਲ ਪਾਵੇ। ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਬਖਸ਼ੋ ਜੀ ਸਿੱਖੀ ਦਾ ਜੀ ਸਤਾਨ ਰਹਿ ਰਾਮ ਵਿਵੇਕ ਦਾ ਸਾਥ ਰਾਮ ਪੁਰਸ਼ਾ ਨਾਮ ਦਾਨਾ ਸਿਰ ਦਾਨ ਨਾਮ ਰਾਮ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਵਿਜੇ ਗੁਰੂ ਦੀ ਪ੍ਰਚਾਰ ਕਰਨ ਅਜੈ ਕਾਰ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨਹੀਂ ਹੋਵਾ ਤੁਸੀਂ ਮਾਤੋ ਭਗਤ ਕੇ ਰੱਖੀ ਆ। ਇਹਨਾਂ ਕਾਰ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਦੀ ਪਾਈ ਹੋਈ ਦੀ ਬਾਤ ਸੀ। ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ। ਆਸਾ ਜੀ ਦੀ ਵਾਰ ਦੀ ਕੀਰਤਨ ਸ਼ਬਦ ਵਿਚਾਰ ਦੇ ਨਾਲ ਸੱਚੀ ਹੋ ਵਿਚਾਰ। ਤੁਲਾ ਚੁਕਾਨੀ ਜਮਾ ਕਰਨੀ ਪਾਣੀ ਦਾ ਮਹਾਤਮਾ ਸੰਤਾਂ ਨੂੰ ਬਖਸ਼ਾਂ ਦੇਵ ਲੋਕ ਖਾਲ ਕਰਤਾ। ਸਰਬੱਤ ਸੰਤਾਂ ਦੀਆਂ ਮਨੋਕਾਮਨਾਵਾਂ ਨੂੰ ਸਾਧ ਦੀ ਬਖਸ਼ਿਆ ਕਰਦਾ। ਆਪ ਸ਼ਬਦ ਦੀ ਕਰੀ ਬਾਪ ਸਭ ਸੋਚ ਮਿੱਤਰਾ ਬਣਾ ਤੋ ਕਰਾਈ ਕੀ ਸ਼ਾਹ ਸੰਤਾਂ ਵਰਤੇ ਜੋ ਜੀ ਸਿਖਿਆ ਬਤਾ ਹਮ ਜਪੇ ਪਾਪ ਹਮ ਬਖਸ਼ੋ ਸੰਤਾਂ ਦੇ ਖਾਲ ਸਹੀ ਪਿਆਰੇ ਮੇਰੇ ਨਾਮ ਜਿਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਬੀ ਚਲਾਇਓ ਪੰਥ ਗੁਰੂ ਮਾਨਿਓ ਗ੍ਰੰਥ ਪ੍ਰਗਟ ਗੁਰਾਂ ਕੀ ਦੇ ਖੋਜ ਸ਼ਬਦ ਮੈਂ ਦੇ ਆਕੀ ਰਹਿ ਨਾ ਕੋਏ ਬਚੇ ਸ਼ਰਨ ਜੋ ਹੋਏ ਚੜੇ ਸੋ ਤਰੇ ਪਾਰ ਗੁਰ ਪਾਰ ਉਤਾਰਨ ਹਾਰ ਕਲਗੀ ਸੋ ਹੈ ਸੀਸ ਗੁਰੂ ਕਲ ਕੀ ਤਰ ਜਗਦੀਸ਼। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ਼੍ਰੀ ਵਾਹਿਗੁਰੂ ਜੀਓ। ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ। ਸੋ ਕਾਹੋ ਟਲ ਗੁਰ ਸੇਵੀਆ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ। ਹੂੰ ਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਆ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਆ। ਸੂਹੀ ਮਹਲਾ ਪੰਜਵਾ। ਓਮ ਕੇ ਓਹੀਓ ਮਿਲਨ ਪ੍ਰਭ ਤਾਈ। ਖੋਜਤ ਚਰਿਓ ਦੇਖੋ ਪ੍ਰਿਆ ਜਾਈ। ਓਮ ਕੇ ਓਹੀਓ ਮਿਲਨ ਪ੍ਰਭ ਤਾਈ। ਖੋਜਤ ਚਰਿਓ ਦੇਖੋ ਪ੍ਰਿਆ ਜਾਈ। ਸੁਨਤ ਸਦਿਸਰੋ ਪ੍ਰਿਆ ਗ੍ਰਹਿ ਸੇਜ ਵਿਛਾਈ। ਭ੍ਰਮ ਭ੍ਰਮ ਆਇਓ ਤਉ ਨਦਰ ਨ ਪਾਈ। ਕਿਨ ਬਿਦ ਹੀਆਰੋ ਧੀਰੈ ਨਿਮਾਨੋ। ਮਿਲ ਸਾਜਨ ਹਉ ਤੁਝ ਕੁਰਬਾਨੋ। ਰਹਾਉ ਏਕਾ ਸੇਜ ਵਿਸ਼ੀ ਧਨ ਕੰਤਾ। ਧਨ ਸੂਤੀ ਪਿਰ ਸਦ ਜਾਗੰਤਾ। ਪੀਓ ਮਦਰੋ ਧਨ ਮਤਵੰਤਾ। ਧਨ ਜਾਗੈ ਜੇ ਪਿਰ ਬੋਲੰਤਾ। ਭਈ ਨਿਰਾਸੀ ਬਹੁਤ ਦਿਨ ਲਾਗੇ। ਦੇਸ਼ ਦਿਸੰਤਰ ਮੈਂ ਸਗਲੇ ਝਾਗੇ। ਖਿਨ ਰਹਿਨ ਨ ਪਾਵਾਂ ਬਿਨ ਪਗ ਪਾਗੇ। ਹੋਏ ਕਿਰਪਾਲ ਪ੍ਰਭ ਮਿਲ ਹੈ ਸੁਭਾਗੇ। ਭਇਓ ਕਿਰਪਾਲ ਸਤ ਸੰਗ ਮਿਲਾਇਆ। ਬੂਝੀ ਤਪਤ ਕਰ ਹੈ ਪਿਰ ਪਾਇਆ। ਸਗਲ ਸੀਗਾਰ ਹੁਣ ਮੁਝ ਹੈ ਸੁਹਾਇਆ। ਕਹੁ ਨਾਨਕ ਗੁਰ ਭਰਮ ਚੁਕਾਇਆ। ਜਹ ਦੇਖਾ ਤਹ ਪਿਰ ਹੈ ਭਾਈ। ਖੋਲਿਓ ਕਪਾਟ ਤਮਨ ਠਹਿਰਾਈ। ਜਹ ਦੇਖਾ ਤਹ ਪਿਰ ਹੈ ਭਾਈ। ਖੋਲਿਓ ਕਪਾਟ ਤਮਨ ਠਹਿਰਾਈ। ਰਹਾਉ ਦੂਜਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।